ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਮਿਲ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜਨ, ਸਤਿਗੁਰੂ ਜੀ ਦੀ ਰਹਿਮਤ ਨਾਲ ਗੁਰੂ ਦੇ ਦਰ ਜੁੜ ਕੇ ਬਹਿਣ ਦਾ ਸਮਾਂ ਨਸੀਬ ਹੋਇਆ ਹੈ। ਪਿਆਰੀ ਬਾਣੀ ਦਾ ਕੀਰਤਨ ਗੁਰੂ ਕੇ ਪਿਆਰੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ। ਸਤਿਗੁਰੂ ਜੀ ਦੇ ਦਰ ਜੁੜ ਕੇ ਗੁਰੂ ਦੀ ਬਾਣੀ ਦੁਆਰਾ ਵਾਹਿਗੁਰੂ ਨਾਲ ਜੁੜਨ ਦਾ ਨਿਮਾਣਾ ਜਿਹਾ ਯਤਨ ਉਪਰਾਲਾ ਕਰ ਰਹੇ ਹਾਂ। ਸਤਿਗੁਰੂ ਕਿਰਪਾ ਕਰਕੇ ਅੱਜ ਦੇ ਇਸ ਪਾਵਨ ਬਚਨ ਅੰਦਰ ਸਮਝਾਉਂਦੇ ਨੇ। ਸਤਿਗੁਰੂ ਸੋਝੀ ਦਿੰਦੇ ਨੇ ਕਿ ਜੋ ਜਨਮੈ ਸੋ ਜਾਨੋ ਮੂਆ। ਜੋ ਵੀ ਮਨੁੱਖ ਜਨਮਿਆ ਹੈ ਇਹ ਜਾਣ ਲਵੋ ਕਿ ਉਹ ਮਰੇਗਾ। ਅਸੀਂ ਸਭ ਜੋ ਵੀ ਜਨਮੇ ਹਾਂ ਅਸੀਂ ਇਸ ਸੰਸਾਰ ਤੋਂ ਜਾਵਾਂਗੇ ਹੀ। ਸਤਿਗੁਰੂ ਕਹਿੰਦੇ ਇਸ ਗੱਲ ਨੂੰ ਹਮੇਸ਼ਾ ਚੇਤੇ ਰੱਖ, ਇਹਨੂੰ ਵਿਸਾਰ ਨਾ। ਬੰਦਾ ਬਾਕੀ ਸਭ ਗੱਲਾਂ ਚੇਤੇ ਰੱਖਦਾ ਹੈ, ਬਸ ਇਸ ਇੱਕ ਗੱਲ ਨੂੰ ਚੇਤਾ ਭੁਲਾਉਂਦਾ, ਇਸ ਨੂੰ ਵਿਸਾਰਦਾ ਹੈ, ਬਾਕੀ ਸਭ ਗੱਲਾਂ ਚੇਤੇ ਰੱਖਦਾ ਹੈ। ਸਤਿਗੁਰੂ ਕਹਿੰਦੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਸਭ ਕੁਝ ਯਾਦ ਹੈ, ਖਾਣਾ ਪੀਣਾ ਹੱਸਣਾ ਕੰਮ ਧੰਦੇ ਕਰਨੇ ਕਾਰ ਵਿਹਾਰ ਕਰਨਾ ਸਭ ਕੁਝ ਚੇਤੇ ਹੈ। ਜੇ ਕੁਝ ਭੁੱਲ ਗਿਆ ਹੈ ਤਾਂ ਇਸ ਸੰਸਾਰ ਤੋਂ ਜਾਣਾ। ਤੇ ਸਤਿਗੁਰੂ ਕਹਿੰਦੇ ਫਿਰ ਚੇਤੇ ਰੱਖੀ ਖਸਮ ਵਿਸਾਰ ਖੁਆਰੀ ਕੀਨੀ ਧ੍ਰਿਗ ਜੀਵਨ ਨਹੀਂ ਰਹਿਣਾ। ਵਾਹਿਗੁਰੂ ਨੂੰ ਵਿਸਾਰ ਕੇ ਪਰਮੇਸ਼ਰ ਨੂੰ ਭੁਲਾ ਕੇ ਜੇ ਤੂੰ ਇਹ ਗਲਤ ਕੰਮ ਕਰੇ ਵਿਸ਼ਿਆਂ ਵਿਕਾਰਾਂ ਵਿੱਚ ਉਲਝਿਆ, ਚੇਤੇ ਰੱਖੀ ਇਸ ਸਰੀਰ ਦੇ ਜੀਵਨ ਨੇ ਇਸ ਜੀਵਨ ਨੇ ਹਮੇਸ਼ਾ ਨਹੀਂ ਰਹਿਣਾ। ਇਹ ਵਿਕਾਰਾਂ ਵਿੱਚ ਉਲਝਿਆ ਜੀਵਨ ਤ੍ਰਿਕਾਰਯੋਗ ਹੈ, ਇਹ ਹਮੇਸ਼ਾ ਨਹੀਂ ਰਹੇਗਾ। ਇਸ ਲਈ ਇਹ ਗੱਲ ਆਪਣੇ ਪੱਲੇ ਬੰਨ੍ਹ ਲੈ ਕਿ ਇਸ ਸੰਸਾਰ ਤੋਂ ਤੁਰਨਾ ਹੈ, ਇਸ ਸੰਸਾਰ ਤੋਂ ਜਾਣਾ ਹੈ। ਇੱਥੇ ਹਮੇਸ਼ਾ ਰਹਿਣਾ ਹੀ ਨਹੀਂ, ਸਾਡਾ ਰਹਿਣਾ ਇੱਥੇ ਹਮੇਸ਼ਾ ਹੈ ਹੀ ਨਹੀਂ ਹੈ। ਬਸ ਇਸ ਗੱਲ ਨੂੰ ਚੇਤੇ ਰੱਖ ਕੇ ਆਪਣਾ ਜੀਵਨ ਨਿਰਵਾਹ ਕਰ। ਕੁਛ ਵੀ ਹੈ ਸਾਡੇ ਜੀਵਨ ਵਿੱਚ, ਕੁਛ ਵੀ ਹੋਵੇ, ਚੰਗਾ ਮਾੜਾ ਸੁੱਖ ਦੁੱਖ ਘਾਟਾ ਵਾਧਾ ਕੁਛ ਵੀ, ਬਸ ਇਹ ਗੱਲ ਸਾਡੇ ਦਿਮਾਗ ਵਿੱਚ ਰਹੇ। ਜਦੋਂ ਇਹ ਗੱਲ ਚੇਤੇ ਰਹੇਗੀ ਕਿ ਅਸੀਂ ਹਮੇਸ਼ਾ ਨਹੀਂ ਰਹਿਣਾ, ਤਾਂ ਸਾਡਾ ਮਨ ਮਾਇਆ ਵੱਲ ਨੂੰ ਭੱਜੇਗਾ ਨਹੀਂ। ਸਾਡਾ ਮਨ ਕਿਸੇ ਨਾਲ ਈਰਸ਼ਾ ਨਹੀਂ ਕਰੇਗਾ। ਉਹਦਾ ਵੱਡਾ ਘਰ ਦੇਖ ਕੇ, ਉਹਦੀਆਂ ਚੀਜ਼ਾਂ ਦੇਖ ਕੇ, ਉਹਦਾ ਪੈਸਾ ਦੇਖ ਕੇ, ਉਹਦੀਆਂ ਸੁੱਖ ਸਹੂਲਤਾਂ ਦੇਖ ਕੇ ਫਿਰ ਈਰਸ਼ਾ ਨਹੀਂ ਕਰੇਗਾ। ਕਿਉਂਕਿ ਜਦ ਪਤਾ ਹੀ ਹੈ ਵੀ ਇੱਥੋਂ ਤੁਰ ਹੀ ਜਾਣਾ ਤਾਂ ਫਿਰ ਵੱਡੇ ਛੋਟੇ ਦੀ ਤਾਂ ਗੱਲ ਹੀ ਖਤਮ ਹੋ ਗਈ। ਕਿਉਂਕਿ ਵੱਡੇ ਨੇ ਵੀ ਜਾਣਾ ਤੇ ਛੋਟੇ ਨੇ ਵੀ ਜਾਣਾ, ਅਮੀਰ ਨੇ ਵੀ ਮਰਨਾ ਤੇ ਗਰੀਬ ਨੇ ਵੀ ਮਰਨਾ। ਚਾਹੇ ਕੋਈ ਦੁਸ਼ਮਣ ਹੋਵੇ ਤੇ ਚਾਹੇ ਕੋਈ ਮਿੱਤਰ, ਤੁਰਨਾ ਤੇ ਸਭ ਨੇ ਹੈ ਹੀ। ਸਤਿਗੁਰੂ ਕਹਿੰਦੇ ਰਾਮ ਗਇਓ ਰਾਵਣ ਗਇਓ। ਰਾਮ ਵੀ ਜਾਏਗਾ ਤੇ ਰਾਵਣ ਵੀ ਜਾਏਗਾ, ਸਾਧੂ ਵੀ ਜਾਏਗਾ ਤੇ ਇੱਕ ਪਾਪੀ ਵੀ ਜਾਏਗਾ। ਸਰੀਰ ਕਰਕੇ ਰਹਿਣਾ ਤਾਂ ਕਿਸੇ ਨੇ ਵੀ ਨਹੀਂ ਹੈ। ਜਦੋਂ ਇਹ ਗੱਲ ਸਾਨੂੰ ਚੇਤੇ ਰਹਿੰਦੀ ਹੈ,
ਜਦੋਂ ਇਸ ਗੱਲ ਦਾ ਚੇਤਾ ਸਾਨੂੰ ਰਹਿੰਦਾ, ਫਿਰ ਸਾਡੀ ਕਿਸੇ ਨਾਲ ਨਫ਼ਰਤ ਨਹੀਂ ਹੁੰਦੀ, ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਹੁੰਦਾ। ਤੁਸੀਂ ਜਰਾ 2-4 ਦਿਨ ਕਰਕੇ ਦੇਖੋ, ਮੌਤ ਨੂੰ ਚੇਤੇ ਰੱਖਣਾ, ਕਿ ਸਾਡੇ ਕੋਲੋਂ ਕੁਝ ਵੀ ਗਲਤ ਨਹੀਂ ਹੋਵੇਗਾ। ਜਦ ਸੀਮਤ ਸਮਾਂ ਹੈ, ਫਿਰ ਬੰਦਾ ਸੋਚਦਾ ਹੈ ਕਿ ਕੁਝ ਚੰਗਾ ਕਰਾਂ, ਕਿਉਂਕਿ ਮੇਰੇ ਕੋਲ ਸਮਾਂ ਬਹੁਤ ਸੀਮਤ ਹੈ। ਕੁਝ ਚੰਗਾ ਕਰਾਂ, ਕੁਝ ਭਲਾ ਕੰਮ ਕਰਾਂ। ਇਸ ਲਈ ਬੰਦਾ ਕਦੇ ਫਿਰ ਗਲਤ ਪਾਸੇ ਤੁਰਦਾ ਹੀ ਨਹੀਂ, ਉਹ ਮਾੜੇ ਪਾਸੇ ਨੂੰ ਚੱਲਦਾ ਹੀ ਨਹੀਂ। ਇਸ ਕਰਕੇ ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਇਹ ਗੱਲ ਆਪਣੇ ਲੜ ਬੰਨ ਕਿ ਇਹ ਸੰਸਾਰ ਅੰਦਰ ਹਮੇਸ਼ਾ ਰਹਿਣ ਵਾਲਾ ਵਾਹਿਗੁਰੂ ਦਾ ਭਗਤ ਹੈ, ਸਿਰਫ ਉਹਦਾ ਭਗਤ, ਉਸ ਤੋਂ ਬਿਨਾਂ ਹੋਰ ਕੋਈ ਨਹੀਂ। ਗੋਬਿੰਦ ਭਗਤ ਅਸਥਿਰ ਹੈ ਥੀਆ, ਸਿਰਫ ਉਸ ਗੋਬਿੰਦ ਦਾ ਭਗਤ, ਸਿਰਫ ਉਸ ਪਰਮੇਸ਼ਰ ਦਾ ਭਗਤ, ਹੋਰ ਕੋਈ ਨਹੀਂ। ਇੱਕ ਸਾਧੂ ਦੇ ਕੋਲ ਉਸ ਦੇਸ਼ ਦਾ ਰਾਜਾ ਜਾ ਪਹੁੰਚਦਾ ਹੈ, ਉਹਨੂੰ ਜਾ ਕੇ ਬੇਨਤੀ ਕਰਦਾ ਹੈ। ਉਹ ਕਹਿੰਦਾ ਜੀ ਸਭ ਚੀਜ਼ਾਂ ਮੇਰੇ ਕੋਲ ਹੈਗੀਆਂ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ, ਪੂਰੇ ਦੇਸ਼ ਦਾ ਮੈਂ ਮਾਲਕ ਹਾਂ, ਪਰ ਮੇਰਾ ਮਨ ਸਥਿਰ ਨਹੀਂ ਹੁੰਦਾ, ਮੇਰਾ ਮਨ ਟਿਕਦਾ ਨਹੀਂ, ਇਹ ਹੋਰ ਪਾਸੇ ਦੌੜਦਾ ਹੈ। ਬਹੁਤ ਸਾਰੀਆਂ ਮੇਰੀਆਂ ਰਾਣੀਆਂ ਨੇ, ਪਰ ਫਿਰ ਵੀ ਇਹ ਮਨ ਸਥਿਰ ਨਹੀਂ ਹੁੰਦਾ, ਇਹ ਹੋਰ ਪਾਸੇ ਭੱਜਦਾ ਹੈ। ਬਹੁਤ ਪੈਸਾ ਹੈ, ਬਹੁਤ ਦੌਲਤ ਹੈ, ਬੜਾ ਵੱਡਾ ਰਾਜ ਭਾਗ ਹੈ, ਪਰ ਇਹ ਮਨ ਫਿਰ ਵੀ ਸਥਿਰ ਨਹੀਂ ਹੁੰਦਾ। ਉਸ ਸਾਧੂ ਨੇ, ਉਸ ਫਕੀਰ ਨੇ ਸੁਣਿਆ, ਰਾਜੇ ਵੱਲ ਬੜੀ ਗੌਰ ਨਾਲ ਦੇਖਿਆ ਅਤੇ ਰਾਜਨ ਨੂੰ ਕਿਹਾ ਕਿ ਰਾਜਨ, ਤੇਰੇ ਕੋਲ ਬਹੁਤ ਘੱਟ ਸਮਾਂ ਰਹਿ ਗਿਆ, ਅੱਜ ਤੋਂ 7ਵੇਂ ਦਿਨ ਬਾਅਦ ਤੇਰੀ ਮੌਤ ਹੋ ਜਾਵੇਗੀ, ਤੂੰ ਬਚੇਗਾ ਨਹੀਂ। ਇਸ ਲਈ ਜੋ ਵੀ ਤੇਰਾ ਮਨ ਕਰਨਾ ਚਾਹੁੰਦਾ ਹੈ ਉਹ ਕਰ ਲੈ, ਜੋ ਖਾਣਾ ਪੀਣਾ ਹੈ, ਜੋ ਭੋਗਣਾ ਭੋਗ ਲੈ, ਜਿੱਥੇ ਜਾਣਾ ਜਾਏ, ਜਿਹਨੂੰ ਮਿਲਣਾ ਮਿਲ ਲੈ, ਜਿਹਦਾ ਕੁਝ ਦੇਣ ਲੈਣ ਬਾਕੀ ਹੈ ਕਰ ਲੈ। ਛੱਡ ਇਸ ਗੱਲ ਨੂੰ ਕਿ ਮਨ ਨਹੀਂ ਟਿਕਦਾ, ਕੁਛ ਨਹੀਂ, ਜਦ ਰਹਿਣਾ ਹੀ ਨਹੀਂ ਤਾਂ ਫਿਰ ਮਨ ਟਿਕੇ ਜਾਂ ਨਾ ਟਿਕੇ ਕੀ ਫਰਕ ਪੈਂਦਾ। ਤੂੰ ਆ 5-7 ਦਿਨ ਦਾ ਮਹਿਮਾਨ ਹੈ ਬਸ। ਰਾਜੇ ਨੇ ਜਿਵੇਂ ਹੀ ਸੁਣਿਆ, ਉਹਦੇ ਚਿਹਰੇ ਦਾ ਰੰਗ ਫਿੱਕਾ ਪੈ ਗਿਆ, ਕਿਉਂਕਿ ਉਹ ਕੁਛ ਹੋਰ ਲੈਣ ਆਇਆ ਹੈ, ਕੁਛ ਹੋਰ ਭਾਵਨਾ ਨਾਲ, ਕਿਸੇ ਹੋਰ ਇੱਛਾ ਨਾਲ, ਪਰ ਅੱਗੋਂ ਕੁਛ ਹੋਰ ਸੁਣਨ ਨੂੰ ਮਿਲ ਗਿਆ। ਖਿਆਲ ਰੱਖਣਾ, ਅਸੀਂ ਲੋਕ ਹਮੇਸ਼ਾ ਐਸਾ ਹੀ ਆਉਂਦੇ ਹਾਂ, ਗੁਰੂ ਦੇ ਦਰ ਤੇ ਕੋਈ ਹੋਰ ਇੱਛਾ ਲੈ ਕੇ ਆਉਂਦੇ ਹਾਂ, ਗੁਰੂ ਅੱਗੋਂ ਸਾਨੂੰ ਕੁਛ ਹੋਰ ਦੱਸ ਦਿੰਦਾ ਹੈ। ਅਸੀਂ ਕੁਛ ਹੋਰ ਐਕਸਪੈਕਟ ਕਰ ਰਹੇ ਸੀ, ਪਰ ਗੁਰੂ ਕੁਛ ਹੋਰ ਵਿਖਾ ਦਿੰਦਾ ਹੈ। ਸਾਧੂ ਨੇ ਕਿਹਾ ਤੇਰੇ ਕੋਲ ਤਾਂ ਸਮਾਂ ਬਹੁਤ ਥੋੜਾ ਹੈ, ਚਲਿਆ ਜਾ ਆਪਣੇ ਘਰ, ਜੋ ਕਰਨਾ ਕਰ ਲੈ, 7ਵੇਂ ਦਿਨ ਮੇਰੇ ਕੋਲ ਆ ਜਾਵੇਂ। ਉਹ ਰਾਜਾ ਚਲਾ ਗਿਆ। 7 ਦਿਨਾਂ ਬਾਅਦ ਵਾਪਸ ਪਰਤਿਆ।
जदों वापस मुड़िया ਤਾਂ ਰਾਜੇ ਨੇ ਆ ਕੇ ਮੱਥਾ ਟੇਕਿਆ, ਬੇਨਤੀ ਕੀਤੀ। ਫਕੀਰ ਨੇ, ਉਸ ਸਾਧੂ ਨੇ ਪੁੱਛਿਆ ਕਿ ਰਾਜਨ, ਅੱਜ ਤੇਰਾ ਆਖਰੀ ਦਿਨ ਹੈ, ਤੂੰ ਪਿਛਲੇ 7 ਦਿਨਾਂ ਦੇ ਵਿੱਚ ਕੀ ਕੀਤਾ ਹੈ? ਤੈਨੂੰ ਜੋ ਕਿਹਾ ਸੀ ਕਿ ਤੂੰ ਕਰ ਲਿਆ? ਜਿਹਨੂੰ ਮਿਲਣਾ ਸੀ ਮਿਲ ਲਿਆ? ਜਿਹਦਾ ਕੁਝ ਲੈਣ ਦੇਣ ਬਾਕੀ ਸੀ ਉਹ ਕਰ ਲਿਆ? ਜੋ ਮਨ ਚਾਹੁੰਦਾ ਸੀ ਕਿ ਭੋਗ ਲਵਾਂ ਉਹ ਭੋਗ ਲਿਆ? ਕੀ ਕਰਿਆ ਤੂੰ? ਰਾਜੇ ਨੇ ਕਿਹਾ ਕਿ ਹੇ ਮਹਾਤਮਾ, ਜਿਸ ਦਿਨ ਦਾ ਤੁਸੀਂ ਮੈਨੂੰ ਦੱਸਿਆ ਹੈ ਕਿ ਮੇਰੀ 7ਵੇਂ ਦਿਨ ਨੂੰ ਮੌਤ ਹੋ ਜਾਏਗੀ, ਉਸ ਦਿਨ ਦਾ ਮਨ ਟਿਕ ਕੇ ਬਹਿ ਗਿਆ। ਉਸ ਦਿਨ ਦਾ ਪਹਿਲਾਂ ਮਨ ਨੂੰ ਭੋਗਾਂ ਵਿੱਚ ਰਸ ਸੀ ਕਿ ਆ ਵੀ ਭੋਗ ਲਵਾਂ, ਉਹ ਵੀ ਹਾਸਲ ਕਰ ਲਾਂ, ਇਹ ਵੀ ਲੈ ਲਵਾਂ, ਦੂਜਿਆਂ ਦਾ ਦੇਸ਼ ਵੀ ਜਿੱਤ ਲਵਾਂ, ਇੱਧਰ ਵੀ ਕਬਜ਼ਾ ਕਰ ਲਾਂ, ਉੱਧਰ ਵੀ ਕਰ ਲਾਂ, ਸਵਾਦਲੇ ਪਦਾਰਥ ਭੋਗ ਲਵਾਂ, ਨਾਚ ਗਾਣੇ ਦੇਖ ਲਵਾਂ, ਸਭ ਕੁਝ ਕਰਨ ਦਾ ਮਨ ਸੀ। ਪਰ ਜਿਸ ਦਿਨ ਤੁਹਾਡੇ ਮੁਖੋਂ ਸੁਣਿਆ ਕਿ ਮੇਰੀ ਤਾਂ ਆਯੂ ਥੋੜੀ ਰਹਿ ਗਈ, ਉਸ ਦਿਨ ਤੋਂ ਆ ਪਿਛਲੇ 7 ਦਿਨਾਂ ਦੇ ਵਿੱਚ ਮੈਂ ਕੁਛ ਨਹੀਂ ਕਰ ਸਕਿਆ। ਮੈਂ ਚੁੱਪਚਾਪ ਆਪਣੇ ਘਰ ਬੈਠਾ ਰਿਹਾ। ਇਹਨਾਂ 7 ਦਿਨਾਂ ਦੇ ਵਿੱਚ ਜੋ ਮੈਂ ਆਪਣੇ ਆਪ ਨੂੰ ਸ਼ਾਂਤ ਮਹਿਸੂਸ ਕੀਤਾ, ਇਹਨਾਂ 7 ਦਿਨਾਂ ਵਿੱਚ ਜੋ ਮੈਂ ਆਪਣੇ ਆਪ ਨੂੰ ਟਿਕਿਆ ਹੋਇਆ ਮਹਿਸੂਸ ਕੀਤਾ, ਉਹ ਪਿਛਲੇ 70 ਸਾਲ ਦੇ ਜੀਵਨ ਵਿੱਚ ਨਹੀਂ ਕਰ ਸਕਿਆ ਮੈਂ। ਫਕੀਰ ਨੇ ਕਿਹਾ, ਰਾਜਨ, ਜਦੋਂ ਬੰਦਾ ਮੌਤ ਨੂੰ ਸਾਹਮਣੇ ਦੇਖਦਾ ਨਾ, ਤਦੋਂ ਉਹ ਕਿਸੇ ਗਲਤ ਪਾਸੇ ਜਾ ਹੀ ਨਹੀਂ ਪਾਉਂਦਾ। ਜਦੋਂ ਉਹਨੂੰ ਸਾਹਮਣੇ ਦਿਖਾਈ ਦਿੰਦੀ ਹੈ ਕਿ ਮੌਤ ਸਾਹਮਣੇ ਖੜੋਤੀ ਹੈ, ਬਾਹਾਂ ਖਿਲਾਰ ਕੇ ਮੈਨੂੰ ਉਡੀਕ ਰਹੀ ਹੈ, ਮੈਨੂੰ ਸੱਦ ਰਹੀ ਹੈ, ਫਿਰ ਨਹੀਂ ਬੰਦਾ ਗਲਤ ਪਾਸੇ ਨੂੰ ਭਟਕਦਾ। ਫਰੀਦ ਸਾਹਿਬ ਦਾ ਬਚਨ ਹੈ। ਫਰੀਦ ਸਾਹਿਬ ਕਹਿੰਦੇ, ਫਰੀਦਾ ਗੌਰ ਨਿਮਾਣੀ ਛੱਡ ਕਰੇ, ਨਿਕਰਿਆ ਘਰ ਆਓ। ਗੌਰ ਮਤਲਬ ਕਬਰ, ਕਿ ਕਬਰ ਬੰਦੇ ਨੂੰ ਸੱਦੇ ਦਿੰਦੀ ਹੈ। ਉਹ ਆਵਾਜ਼ਾਂ ਮਾਰਦੀ ਹੈ ਕਿ ਹੇ ਬੇਘਰ ਮਨੁੱਖ, ਅਸੀਂ ਬੇਘਰ ਹਾਂ। ਤੁਸੀਂ ਕਹੋਗੇ ਸਾਡੇ ਕੋਲ ਤਾਂ ਘਰ ਹੈ ਆਪਣਾ। ਸਤਿਗੁਰੂ ਕਹਿੰਦੇ ਇਹ ਘਰ ਤੇਰਾ ਨਹੀਂ ਹੈ, ਤੂੰ ਬੇਘਰ ਹੈ। ਕਿਉਂਕਿ ਅਸਲ ਘਰ ਸਾਡਾ ਉਹੀ ਹੈ ਜਿੱਥੇ ਜਾ ਕੇ ਅਸੀਂ ਸਮਾਉਣਾ, ਉਹ ਸ਼ਮਸ਼ਾਨ। ਸਭ ਦਾ ਸਾਂਝਾ ਘਰ ਉਹੀ ਹੈ, ਸਭ ਉੱਥੇ ਜਾਂਦੇ ਨੇ। ਸਤਿਗੁਰੂ ਕਹਿੰਦੇ ਕਬਰ ਕਹਿੰਦੀ ਹੈ ਗੌਰ ਨਿਮਾਣੀ ਛੱਡ ਕਰੇ। ਉਹ ਨਿਮਾਣੀ ਦੀ ਵਿਚਾਰੀ ਕਬਰ ਉਹ ਸੱਦੇ ਦਿੰਦੀ, ਨਿਕਰਿਆ ਹੇ ਬੇਘਰੇ ਮਨੁੱਖ ਘਰ ਆਓ, ਆਪਣੇ ਘਰ ਆ। ਸਰ ਪਰ ਮੈਂ ਥੇ ਆਵਣਾ, ਇੱਕ ਦਿਨ ਤੂੰ ਮੇਰੇ ਕੋਲ ਆਉਣਾ ਹੀ ਹੈ। ਅੱਜ ਨਹੀਂ ਤੇ ਕੱਲ ਤੂੰ ਇੱਥੇ ਹੀ ਆਵੇਂਗਾ। ਮਰਨੋਂ ਕਿਉਂ ਡਰਿਆ? ਤਾਂ ਮਰਨ ਤੋਂ ਕਿਉਂ ਡਰਦਾ? ਮਰਨ ਤੋਂ ਕਿਉਂ ਡਰਦਾ? ਅਸੀਂ ਸਭ ਨੇ ਸ਼ਮਸ਼ਾਨ ਹੀ ਜਾਣਾ, ਪਰ ਅਸੀਂ ਫਿਰ ਵੀ ਸ਼ਮਸ਼ਾਨ ਦੇ ਕੋਲੋਂ ਦੀ ਲੰਘਣ ਤੋਂ ਡਰਦੇ ਹਾਂ। ਅਸੀਂ ਉਹਦੇ ਕੋਲੋਂ ਡਰਦੇ ਹਾਂ, ਜਦ ਕਿ ਅਸੀਂ ਸਭ ਨੇ ਉੱਥੇ ਹੀ ਪਹੁੰਚਣਾ ਹੈ। ਇਸ ਲਈ ਸ਼ਮਸ਼ਾਨ ਨੂੰ, ਕਬਰਸਤਾਨ ਨੂੰ ਪਿੰਡਾਂ ਸ਼ਹਿਰਾਂ ਤੋਂ ਦੂਰ ਪਰੇ ਜਿਹਾ ਰੱਖਿਆ ਜਾਂਦਾ ਹੈ ਕਿ ਜਿੱਥੇ ਲੋਕਾਂ ਦੀ ਨਿਗਾਹ ਨਾ ਜਾਵੇ, ਜਿੱਧਰ ਨੂੰ ਲੋਕਾਂ ਦਾ ਆਉਣਾ ਜਾਣਾ ਘੱਟ ਹੋਵੇ। ਤੇ ਲੋਕ ਉੱਧਰ ਨੂੰ ਜਾਂਦੇ ਨਹੀਂ। ਲੋਕਾਂ ਨੇ ਗੱਲਾਂ ਬਣਾ ਲਈਆਂ ਕਿ ਕਬਰਸਤਾਨਾਂ ਵਿੱਚ ਭੂਤ ਵਸਦੇ ਨੇ, ਇੱਥੇ ਭੂਤਾਂ ਪ੍ਰੇਤਾਂ ਦਾ ਵਸ ਹੈ। ਇਸ ਲਈ ਲੋਕ ਉੱਥੋਂ ਦੀ ਗੁਜ਼ਰਦੇ ਨਹੀਂ। ਉੱਥੇ ਭੂਤ ਪ੍ਰੇਤ ਕੋਈ ਨਹੀਂ ਵਸਦਾ। ਇਹ ਗੱਲ ਇਸ ਕਰਕੇ ਅਫਵਾਹ ਦੇ ਰੂਪ ਵਿੱਚ ਉੱਡ ਗਈ ਕਿਉਂਕਿ ਲੋਕ ਉਸ ਜਗ੍ਹਾ ਨਹੀਂ ਜਾਣਾ ਚਾਹੁੰਦੇ। ਉਸ ਜਗ੍ਹਾ ਜਾਣ ਨਾਲ ਮੌਤ ਚੇਤੇ ਆਉਂਦੀ ਹੈ।
ਉਹਦੇ ਕੋਲੋਂ ਦੀ ਗੁਜ਼ਰਨ ਨਾਲ ਮੌਤ ਦਾ ਚੇਤਾ ਆਉਂਦਾ ਹੈ। ਇਸ ਲਈ ਲੋਕ ਉਸ ਥਾਂ ਦੇ ਸੰਬੰਧ ਵਿੱਚ ਇਹ ਕਹਿੰਦੇ ਨੇ ਕਿ ਉੱਥੇ ਭੂਤ ਵਸਦੇ ਨੇ ਕਿ ਕੋਈ ਉੱਧਰ ਨੂੰ ਜਾਵੇ ਹੀ ਨਾ, ਕਿਉਂਕਿ ਜਾਵੇਗਾ ਤਾਂ ਮੌਤ ਜਿੱਤੇ ਆਏਗੀ। ਸਤਿਗੁਰੂ ਕਹਿੰਦੇ ਜੋ ਜਨਮੈ ਸੋ ਜਾਨੋ ਮੂਆ, ਜਿਹੜਾ ਜਨਮ ਪਿਆ ਸਮਝ ਲਓ ਉਹ ਮਰ ਵੀ ਗਿਆ। ਜਿਸ ਦਿਨ ਅਸੀਂ ਜਨਮੇ, ਸਾਡੇ ਜਨਮ ਦੇ ਨਾਲ ਹੀ ਸਾਡੀ ਮੌਤ ਦੀ ਘਟਨਾ ਵੀ ਆਰੰਭ ਹੋ ਗਈ। ਸਾਡੇ ਜਨਮ ਦੇ ਨਾਲ ਹੀ ਜਿਵੇਂ ਹੀ ਸੂਰਜ ਚੜ੍ਹਦਾ, ਸੂਰਜ ਡੁੱਬਣ ਵਾਲੇ ਪਾਸੇ ਨੂੰ ਚੱਲ ਪੈਂਦਾ। ਬਸ ਇਹੀ ਸਾਡਾ ਜੀਵਨ ਹੈ। ਜਿਵੇਂ ਹੀ ਆਰੰਭ ਹੁੰਦਾ ਇਹ ਸਮਾਪਤੀ ਵਾਲੇ ਪਾਸੇ ਨੂੰ ਤੁਰ ਪੈਂਦਾ। ਨਾ ਆਰੰਭ ਹੋਵੇ ਤੇ ਨਾ ਸਮਾਪਤੀ ਹੋਵੇ, ਨਾ ਜਨਮ ਹੋਵੇ ਤੇ ਨਾ ਮੌਤ ਹੋਵੇ। ਮੌਤ ਤੋਂ ਬਚਣਾ ਤਾਂ ਜਨਮ ਤੋਂ ਬਚਣਾ ਪਵੇਗਾ। ਲੋਕ ਮੌਤ ਤੋਂ ਬਚਣਾ ਚਾਹੁੰਦੇ ਨੇ ਪਰ ਜਨਮ ਤੋਂ ਨਹੀਂ। ਲੋਕ ਦੁੱਖ ਤੋਂ ਬਚਣਾ ਚਾਹੁੰਦੇ ਨੇ ਪਰ ਸੁੱਖ ਤੋਂ ਨਹੀਂ, ਜਦ ਕਿ ਦੋਨੋਂ ਚੀਜ਼ਾਂ ਇਹ ਇੱਕ ਦੂਸਰੇ ਦੇ ਨਾਲ ਹੀ ਚੱਲਦੀਆਂ। ਸੁੱਖ ਤੇ ਦੁੱਖ, ਪਿਆਰ ਤੇ ਨਫ਼ਰਤ, ਆਪਣਾ ਤੇ ਬੇਗਾਨਾ। ਲੋਕ ਇੱਕ ਤੋਂ ਬਚਣਾ ਚਾਹੁੰਦੇ ਨੇ, ਇੱਕ ਨੂੰ ਰੱਖਣਾ ਚਾਹੁੰਦੇ ਨੇ, ਸਾਂਭਣਾ ਚਾਹੁੰਦੇ ਨੇ, ਤੇ ਐਸਾ ਨਹੀਂ ਹੋ ਸਕੇਗਾ। ਦੋਨੋਂ ਚੀਜ਼ਾਂ ਨਾਲ ਨਾਲ ਹੀ ਚੱਲਣਗੀਆਂ। ਵਿਰੋਧੀ ਚੀਜ਼ਾਂ ਆਪਸ ਵਿੱਚ ਮਿਲ ਕੇ ਹੀ ਕੰਮ ਕਰਦੀਆਂ। ਤੁਸੀਂ ਜਰਾ ਕਲਪਨਾ ਕਰਕੇ ਵੇਖੋ, ਸੋਚੋ ਕਦੇ ਕਿ ਇਸ ਸੰਸਾਰ ਅੰਦਰ ਮੌਤ ਨਾ ਕੋਈ ਹੋਵੇ, ਬਸ ਜਨਮ ਹੁੰਦਾ ਰਹੇ। ਕਿ ਜਨਮ ਹੋ ਰਿਹਾ ਰੋਜ਼ ਰੋਜ਼, ਹਜ਼ਾਰਾਂ ਲੱਖਾਂ ਬੱਚੇ ਜਨਮ ਰਹੇ ਨੇ ਪਰ ਮੌਤ ਇੱਕ ਵੀ ਨਹੀਂ ਹੋ ਰਹੀ, ਤਾਂ ਫਿਰ ਤੁਸੀਂ ਵੇਖੋ ਕਿ ਸੰਸਾਰ ਦਾ ਬੈਲੈਂਸ ਕਿਵੇਂ ਵਿਗੜਦਾ ਹੈ। ਕਿਉਂਕਿ ਬੈਲੈਂਸ ਨਹੀਂ ਰਹੇਗਾ। ਫਿਰ ਆਬਾਦੀ ਵੱਧਦੀ ਜਾਏਗੀ, ਨਾ ਖਾਣ ਪੀਣ ਦੀਆਂ ਚੀਜ਼ਾਂ ਵਾਸਤੇ ਜਗ੍ਹਾ ਬਚੇਗੀ, ਨਾ ਰਹਿਣ ਵਾਸਤੇ ਕੋਈ ਟਿਕਾਣਾ ਬਚੇਗਾ। ਲੋਕ ਇੱਕ ਦੂਸਰੇ ਨਾਲ ਲੜਨਗੇ, ਮਰਨਗੇ, ਮਾਰਨਗੇ, ਕਿਉਂਕਿ ਸਭ ਜਨਮ ਰਹੇ ਨੇ, ਮਰ ਕੋਈ ਨਹੀਂ ਰਿਹਾ। ਵਾਹਿਗੁਰੂ ਨੇ ਆਪਣੀ ਕੁਦਰਤ ਨੂੰ ਇਸੇ ਤਰ੍ਹਾਂ ਹੀ ਉਸਨੇ ਬੈਲੈਂਸ ਰੱਖਿਆ ਕਿ ਇੱਕ ਜਾਂਦਾ ਤਾਂ ਉਹਦੀ ਥਾਂ ਦੂਸਰਾ ਆ ਜਾਂਦਾ ਹੈ, ਰਿਪਲੇਸ ਹੋ ਜਾਂਦਾ ਹੈ। ਇੱਕ ਮਰਦਾ ਤਾਂ ਦੂਸਰਾ ਉਹਦੀ ਥਾਂ ਜਨਮ ਪੈਂਦਾ ਹੈ। ਇਹ ਇਸੇ ਤਰ੍ਹਾਂ ਲਗਾਤਾਰ ਚੱਲ ਰਿਹਾ ਸਦੀਆਂ ਤੋਂ। ਐਸਾ ਹੀ ਪਸ਼ੂਆਂ ਪੰਛੀਆਂ ਵਿੱਚ ਵੀ ਐਸਾ ਹੀ ਹੈ, ਪੇੜ ਪੌਦਿਆਂ ਵਿੱਚ ਵੀ ਐਸਾ ਹੀ ਹੈ, ਮਨੁੱਖਾਂ ਵਿੱਚ ਵੀ ਐਸਾ ਹੀ ਹੈ, ਸਭ ਥਾਂ ਹੀ ਐਸਾ ਹੀ ਹੈ। ਪਰ ਅਸੀਂ ਲੋਕ ਇਸ ਬੈਲੈਂਸ ਨੂੰ ਤੋੜਨਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਜਨਮ ਹੋਵੇ, ਮੌਤ ਨਾ ਹੋਵੇ। ਅਸੀਂ ਰਾਜੀ ਨਹੀਂ ਹਾਂ ਇਸ ਗੱਲ ਨਾਲ। ਵਾਹਿਗੁਰੂ ਦੀ ਇਸ ਗੱਲ ਨਾਲ ਰਾਜੀ ਨਹੀਂ। ਪਰ ਖਿਆਲ ਰੱਖਣਾ ਕਿ ਅਸੀਂ ਰਾਜੀ ਹੋਈਏ ਚਾਹੇ ਨਾ ਹੋਈਏ, ਕੀ ਫਰਕ ਪੈਂਦਾ, ਹੁੰਦਾ ਉਹੀ ਹੈ ਜੋ ਵਾਹਿਗੁਰੂ ਚਾਹੁੰਦਾ। ਸਾਡੇ ਰਾਜੀ ਹੋਣ ਜਾਂ ਨਾ ਹੋਣ ਨਾਲ ਕੀ ਫਰਕ ਪੈਂਦਾ, ਕਿਉਂਕਿ ਜੋ ਕੁਦਰਤ ਦਾ ਨਿਯਮ ਹੈ ਉਹ ਤੇ ਵਾਪਰੇਗਾ ਹੀ ਵਾਪਰੇਗਾ, ਉਹ ਵਰਤੇਗਾ ਹੀ। ਇਸ ਲਈ ਖਿਆਲ ਰੱਖਣਾ ਕਿ ਕਿਸੇ ਘਟਨਾ ਵਿੱਚ ਅਸੀਂ ਇੱਕ ਦਫਾ ਬਚ ਗਏ ਹਾਂ, ਕਿਸੇ ਬਿਮਾਰੀ ਵਿੱਚ ਅਸੀਂ ਬਹੁਤ ਖਤਰਨਾਕ ਬਿਮਾਰੀ ਵਿੱਚ ਇੱਕ ਦਫਾ ਬਚ ਗਏ ਹਾਂ, ਤਾਂ ਰੱਬ ਦਾ ਸ਼ੁਕਰ ਕਰੀਏ, ਕਿਉਂਕਿ ਹਰ ਵਾਰੀ ਨਹੀਂ ਬਚਣਾ, ਹਰ ਵਾਰੀ ਨਹੀਂ। ਉੱਥੇ ਸਾਡੇ ਸਾਹ ਹਜੇ ਬਾਕੀ ਸਨ, ਉੱਥੇ ਸਾਡਾ ਸਮਾਂ ਹਾਲੇ ਬਾਕੀ ਸੀ, ਤਾਂ ਅਸੀਂ ਬਚ ਗਏ। ਇਸ ਲਈ ਉਹਦਾ ਸ਼ੁਕਰ ਕਰੀਏ ਤੇ ਉਸ ਨੂੰ ਸਿਮਰੀਏ, ਕਿਉਂਕਿ ਕੱਲ ਦਾ ਕੋਈ ਭਰੋਸਾ ਹੈ। ਲੋਕ ਵੱਡੇ ਵੱਡੇ ਐਕਸੀਡੈਂਟ ਵਿੱਚ ਬਚ ਜਾਂਦੇ ਨੇ, ਵੱਡੀਆਂ ਵੱਡੀਆਂ ਬਿਮਾਰੀਆਂ ਵਿੱਚ ਬਚ ਜਾਂਦੇ। ਕਈ ਵਾਰੀ ਜਰਾ ਜਿਹਾ ਪੌੜੀ ਤੋਂ ਪੈਰ ਤਿਲਕ ਗਿਆ ਤੇ ਕਹਾਣੀ ਖਤਮ, ਸੁੱਤਾ ਪਿਆ ਰਹਿ ਗਿਆ ਆਦਮੀ। ਇਸ ਲਈ ਐਸਾ ਵੀ ਹੋ ਚੁੱਕਾ ਹੈ ਕਿ ਕੋਈ ਇੱਕ ਲੜਕੀ, ਹਵਾਈ ਜਹਾਜ਼ ਕ੍ਰੈਸ਼ ਕਰ ਗਿਆ, ਪਲੇਨ ਕ੍ਰੈਸ਼ ਕਰ ਗਿਆ। ਪਲੇਨ ਕ੍ਰੈਸ਼ ਕਰ ਜਾਣ ਤੋਂ ਜਿੰਨੇ ਯਾਤਰੂ ਸਨ, ਉਹ ਐਮਾਜ਼ੋਨ ਜੰਗਲ ਵਿੱਚ ਪਲੇਨ ਡਿੱਗਾ, ਸਭ ਮਰ ਗਏ। ਇੱਕ ਲੜਕੀ ਬਚੀ, 20,000-30,000 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗੀ, ਬਚ ਗਈ। ਲੱਤਾਂ ਟੁੱਟ ਗਈਆਂ ਪਰ ਬਚਾਅ ਹੋ ਗਿਆ, ਮੌਤ ਨਹੀਂ ਹੋਈ। ਪਰ ਹੈਰਾਨੀ ਦੀ ਗੱਲ, ਜਿੱਥੇ ਉਹ ਡਿੱਗੀ ਉਹ ਸਭ ਤੋਂ ਖਤਰਨਾਕ ਜੰਗਲ ਹੈ ਐਮਾਜ਼ੋਨ ਜੰਗਲ, ਦੁਨੀਆ ਦਾ ਸਭ ਤੋਂ ਵੱਡਾ ਜੰਗਲ ਹੈ।
उस जंगल दे विच डड्डू भी जहरीले ने, वो डंग लैन बंदे नूं, दंदी वढ़ देण तां भी मौत हो जाती है। उत्थे मच्छर भी जहरीला है, उत्थे कीड़े मकौड़े भी जहरीले ने, उत्थे तां पेड़ पौधे भी जहरीले ने, इसलिए उत्थे मनुखी आबादी नहीं है। कुछ बस्तियां हैगियां ने ਜਿਹੜੀਆਂ ਹਾਲੇ भी आदि मानव ਜਿਹੜੇ कह लो कि उत्थे हाले भी ਰਹਿੰਦੇ ने, पर ये जंगल सब तो खतरनाक जंगल है। ਉਹ लड़की जिवें कहंदे ना कि आसमान तो डिग्गा ते खजूर ते लटकिया, ਉਹਦੇ ਨਾਲ ऐसा होया कि उत्थे बचाउण वाला ਉਹਨੂੰ कोई नहीं, क्योंकि सब मर गए ने। ਤੇ ਉਹ बड़ी मुश्किल ਦੇ ਨਾਲ अपनी सीट बेल्ट खोल के ਉਹ बड़ी मुश्किल ਨਾਲ ਉਹ ਰਿੜਦੀ ਢਹਿੰਦੀ ਜ਼ਮੀਨ ਤੇ ਆਉਂਦੀ ਹੈ। ਤੇ ਜਦੋਂ ਦੇਖਦੀ ਹੈ ਵਾਕਿਆਤ ਤੇ ਹੈਰਾਨ ਹੁੰਦੀ ਹੈ ਕਿ ਜਿਹੜੇ ਉੱਪਰੋਂ ਯਾਤਰੂ ਡਿੱਗੇ ਨੇ ਆਪਣੀਆਂ ਸੀਟਾਂ ਨਾਲ ਵੱਜੇ ਹੋਏ ਨੇ, ਉਹ ਸਿਰ ਦੇ ਭਾਰ ਅੱਧੇ ਅੱਧੇ ਜ਼ਮੀਨ ਵਿੱਚ ਖੁੱਬੇ ਹੋਏ ਨੇ, ਕਿਉਂਕਿ ਇੰਨੀ ਉੱਚੀ ਡਿੱਗੇ ਨੇ ਉੱਪਰੋਂ। ਸਭ ਦੀ ਮੌਤ ਹੋ ਗਈ। ਇੱਕ ਹਫ਼ਤੇ ਦੇ ਕਰੀਬ ਉਸ ਜੰਗਲ ਦੇ ਵਿੱਚ ਤੜਫਦੀ ਰਹੀ ਕਿ ਉਹਦੀ ਮਦਦ ਵਾਸਤੇ ਕੋਈ ਆਏਗਾ, ਕਿ ਉਹਨੂੰ ਮਿਲੇਗਾ, पर ऐसा हो ना सकिया। फिर एक हफ्ते बाद वो इस तरह रिड़दी ढहंदी हौली हौली अगे बढ़दी, उसने एक छोटी जी झुग्गी दिस पई कि शायद इत्थे कोई आउंदा होवेगा, किसी बंदे ने बनाई होवेगी। उत्थे जिहड़ा आदमी आया वो उसनूं चुक के लैके गया। इस तरह वो आकाश विचों डिगी, भुखियां प्यासियां वो एक हफ्ता रही, जख्मां दे नाल लत्तां टुट्टियां होईयां ने। फिर उस दा बचा होया, उन्होंने लै गए। उस तो बाद वो आ हुण पिछे जे बुढ़ी होके मरी है। इसलिए मौत तां आउणी ही है, उस घटना विच नहीं आई पर हुण आ गई। ऐसा वापरदा है बहुत दफ़ा। इसलिए इस गल नूं ख्याल रखना कि किसी घटना विच बचाव हो सकता है, पर मौत तो बचा नहीं हुंदा। बीमारी तो बचा हो जाता है, मौत तो बचा नहीं हुंदा। उन्हें अज भड़ के साडे घर दा दरवाजा खड़का ही देना है। जो जन्मै सो जानो मूआ, अस्थिर भगत गोबिंद भगत अस्थिर है थिया। वाहिगुरू दी भगती करने वाला बंदा हमेशा स्थिर रहिंदा है, वो आत्मिक मौत ते कदे नहीं मरदा। शरीर दी मौत असीं सब मरदे हां, पर गोबिंद दा भगत वाहिगुरू दा भगत वो आत्मिक मौत ते नहीं मरदा। शरीर दी मौत वो भी तुर जांदा है। सतगुरु समझाउंदे जैसे किरसान बोवै किरसानी, जिवें एक किसान वो खेती करदा है, वो जमीन विच बीज बीजदा है, फसलां तैयार होंदियां, फसलां पुंगरदियां वधदियां फुलदियां। जैसे किरसान बोवै किरसानी, काची पाकी बाढ़ परानी। सतगुरु कहते कच्ची पक्की जैसी भी फसल हुंदी है, किसान दी मर्जी है, वढ़ लैंदा है। कच्ची वढ़नी चाहे कच्ची वढ़ लैंदा है, पक्की वढ़नी चाहे तो पक्की वढ़ लैंदा है। किसान वढ़ जांदा है अपनी फसल। सतगुरु कहते बिल्कुल ऐसा ही वाहिगुरू है किसान, ते असीं सब मनुख हाँ उहदियां फसलां। ते ਉਹ ਸਾਨੂੰ ਕੱਚਿਆਂ ਨੂੰ ਬਚਪਨ ਵਿੱਚ ਵੱਢ ਲਵੇ, ਅੱਧ ਕੱਚਿਆਂ ਨੂੰ ਜਵਾਨੀ ਵਿੱਚ ਵੱਢ ਲਵੇ, ਪੱਕਿਆਂ ਨੂੰ ਬੁਢਾਪੇ ਵਿੱਚ ਵੱਢ ਲਵੇ, ਕੌਣ ਜਾਣੇ ਕਦੋਂ। ਬਾਬਾ ਬੁੱਢਾ ਜੀ ਨੇ ਇਹੀ ਗੱਲ ਕਹੀ ਸੀ ਨਾ ਗੁਰੂ ਨਾਨਕ ਸਾਹਿਬ ਨੂੰ, ਜਦੋਂ ਗੁਰੂ ਨਾਨਕ ਸਾਹਿਬ ਨੇ ਪੁੱਛਿਆ ਕਿ ਭਾਈ ਤੂੰ ਬਚਪਨ ਵਿੱਚ ਹੀ ਧਰਮ ਵਾਲੇ ਪਾਸੇ ਨੂੰ ਕਿਵੇਂ जुड़ गया, किवें तू इधर नूं आकर्षित होया। तो उन्होंने जवाब दिता जी साडे पिंड आए सन कुछ सिपाही, वो धक्के नाल साडियां फसलां वढ़ के लै गए, कच्चियां भी वढ़ लईआं पक्कियां भी वढ़ लईआं, अध कच्चियां पक्कियां भी वढ़ लईआं। जदों मैं देखिया तो मैं बड़ा हैरान होया कि पक्की फसल वढ़दे तां गल समझ आउंदी सी कि हाँ जी फसल पक्की सी, वो वढ़ के लै गए, ਉਹਦੇ ਤੋਂ ਉਹਨਾਂ ਨੂੰ ਲਾਭ ਵੀ ਮਿਲਦਾ, ਪਰ ਉਹਨਾਂ ਨੇ ਕੱਚੀਆਂ ਵੀ ਵੱਢ ਲਈਆਂ। ਤਾਂ ਮੈਨੂੰ ਇਹ ਗੱਲ ਸਮਝ ਆਈ ਕਿ ਵਾਹਿਗੁਰੂ ਦੀ ਇਸ ਕੁਦਰਤ ਵਿੱਚ
कोई पता नहीं कि कदों किहदी मौत आ जाए, बचपन विच आ जाए, जवानी विच आ जाए जां बुढ़ापे विच आ जाए। सतगुरु ने तो इत्थों तक भी जिक्र किया। सतगुरु कहते कई बारी आदमी गर्भ विच भी मर जाता है, पैदा होने तो पहले ही। बहुत बारी ऐसा होंदा है, अक्सर रोज़ तुसीं ऐसी कोई ना कोई खबर, कोई ना कोई ऐसा केस सुनते होवोगे। सतगुरु ने जिक्र भी किया बाणी अंदर कि कई जन्म गर्भ हिर खरिया, कि कई जन्म गर्भ विच ही मर गया, पैदा ही नहीं होया, पैदा होने तो पहले ही। सतगुरु समझाउंदे, सतगुरु कहंदे वाहिगुरू दी इस कुदरत विच कदों किस दी मौत आ जाए कोई नहीं जानता है। एक बचन सतगुरु का बड़ा प्यारा है। सतगुरु कहंदे ना बारिक ना जोबन है, ना बिरदी कछ बंद है। ना बारिक मतलब बचपन, जदों बच्चे हाँ उदों, ना जोबन है ना जोबन जवानी विच, ना बिरदी बुढ़ापे विच। ना बारिक ना जोबन है ना बिरदी कछ बंद, ओ बेरा ना बूझिए जो आए पर है जम फंद। उस वेले का कोई पता नहीं जदों मौत की फाही गल विच आ पवे, जदों मौत आके गल तो फड़ लै, वो वेला कोई नहीं जानता। इसलिए सतगुरु कहते काची पाकी बाढ़ परानी, कि कच्ची पक्की वो किसी वेले भी वढ़ के ले जा सकता है। किसान की मर्जी है, मालक की मर्जी, उहदे अगे कोई साडा जोर थोड़ी ना है। इसलिए सतगुरु कहते जो जन्मै सो जानो मूआ, गोविंद भगत अस्थिर है थीआ। गोविंद की भगती करन नाल ही बंदा स्थिर हुंदा है। रहाओ दिन ते सर पर पौसी रात, जिमें दिन तो बाद सर पर पौसी रात आ ही जाती है। सर पर मतलब पक्की गल है कि रात आउंदी ही आउंदी दिन तो बाद। कदे ऐसा होया कि दिन तो बाद कदे रात ना आई होवे, ऐसा कदे हुंदा ही नहीं। साडे जिस इलाके विच जिस जगह असीं लोग वसदे हां उत्थे तां ऐसा हुंदा ही है कि रात आउंदी ही आउंदी है। चानण तो बाद हनेरा हुंदा ही हुंदा है। दिन ते सर पर पौसी रात, रैण गई फिर होए प्रभात। रात जली जाती है तो फिर प्रभात हो जाती, सुबह हो जाती। दिन तो बाद रात ते रात तो बाद दिन, ये सर्कल लगातार चलता रहिंदा है, घुमदा रहिंदा है। दिन रात ये चलता रहिंदा है। सतगुरु कहते दोनों चीज़ां इसे नूं तां है जन्म मरण, जन्म मरण, जन्म मरण, ये चलता ही रहिंदा सिलसिला, नाल नाल चलदा है। तुसीं ऐसा बहुत दफ़ा सुनिया होवेगा कि किसी घर विच जन्म होया, कई सालां बाद बच्चा होया ते उसे दिन उन्हां दे घर दे विच मौत भी हो गई। ऐसा तुसी कोई ना कोई वाकियात सुनिया होवेगा जां वेख्या होवेगा अपनी रिश्तेदारी विच, आंढ गुआंढ विच, किते ना किते। हुण तुसी उहनूं वधाई दिओगे जां उन्हां दे अफसोस करोगे? की करोगे? ਵਧਾਈਆਂ ਦਿਓਗੇ कि तुहाडे घर औलाद होई, जां सोग करोगे कि तुहाडे घर मौत होई? उत्थे दोनों घटना इक्को थाई वापर गईयां, नाल जन्म भी ते नाल मौत भी। सतगुरु समझाउंदे, सतगुरु कहंदे यही है जीवन दा सच। रैण गई फिर होए प्रभात, रात चली गई फिर प्रभात हो गई, सुबह हो गई। जान वाला चला गया ते आउण वाला आ भी गया इस दुनिया दे विच। इसलिए माया मोह सोए रहे अभागे, पर मंदे माया दे मोह विच सुते पए ने। असीं लोग माया दे मोह विच सुते पे हैं। असीं देखदे हां रोज़ नवां दिन चढ़दा, असीं देखदे हां रात नूं आउंदिआं, पर फिर भी सुते रहिंदे हां। सतगुरु कहते जो दिन आवे सो दिन जाही, करना कूच रहन तिर नाही। असीं रोज़ देखते हैं, बहुत दफ़ा असीं देखते हैं। सतगुरु कहते इन्नी लोयनी देखदे हां केती चल गई। इन्हां अखां नाल देखदे किन्नी दुनिया चली गई। तुसीं जरा गिणती करके देखो कि किन्ने क बंदियां दे संस्कार दे तुसीं गए, किन्नियां क बंदियां दे संस्कार विच अज तक किन्नियां क दे संस्कार विच पहुंचे, किन्नियां दे भोग ते किन्नियां दी अंतिम अरदास विच शामिल होए।
जरा गिणती करके देखो, बहुत सारिਆਂ ਦੀ। पर ਅਸੀਂ फिर भी इस गल ਨੂੰ कदे चितारते नहीं। सतगुरु कहते फिर भी माया के मोह ਵਿੱਚ बंदा सुता रहता है, फिर भी इस ਨੂੰ समझ नहीं आती। माया मोह सोए रहे अभागे। इस तो ਵੱਡਾ भागहीन बंदा कौन हो सकता है कि देखण के बावजूद भी ਇਹਨੂੰ समझ ना आवे। कई बार ऐसा होंदा ना कि कोई बंदा, कोई साडा मित्र सज्जन, कोई साडा क्लासमेट, ਉਹਨੂੰ समझाउण ਦੇ ਬਾਅਦ ਵੀ ਉਹਨੂੰ समझ नहीं आती। ਅਸੀਂ ਕਹਿੰਦੇ ਤੂੰ ਬੁੱਧੂ ਹੈ कि तेनों दिसदा नहीं, तेरे सामने तो साफ साफ तो गल है, साफ बिल्कुल स्पष्ट जी गल है, उपर लिखिया होया है, तेनों दिखाई नहीं दे रहा साफ साफ। यही हालत है साडी कि साडे सामने सब कुछ वापर रहा है, सानू सब कुछ दिखाई दे रहा है, पर फिर भी कुछ समझ नहीं आ रहा। जां इंज कह लीए कि असीं समझना ही नहीं चाहते। दो तरह के लोग हुंदे ने नींद विच। ਜਿਹੜਾ ਤਾਂ ਸੁੱਤਾ ਹੋਇਆ ਉਹਨੂੰ ਜਗਾਉਣਾ ਸੌਖਾ ਹੈ, ਪਰ ਜਿਹੜਾ ਸੁੱਤਾ ਹੋਇਆ ਨਹੀਂ ਹੈ, ਸੌਣ ਦਾ ਨਾਟਕ ਕਰ ਰਿਹਾ, ਉਹਨੂੰ ਨਹੀਂ ਜਗਾਇਆ ਜਾ ਸਕਦਾ। ਉਹਨੂੰ ਜਗਾ ਕੇ ਦਿਖਾਓ, ਉਹਦੇ ਸਿਰ ਤੇ, ਉਹਦੇ ਮੂੰਹ ਤੇ ਬਾਲਟੀ ਪਾਣੀ ਦੀ ਪਾ ਦਿਓ, ਉਹ ਉੱਠੇਗਾ ਹੀ ਨਹੀਂ, ਕਿਉਂਕਿ ਉਹ ਸੁੱਤਾ ਹੀ ਨਹੀਂ, ਤਾਂ ਉੱਠੇਗਾ ਕਿੱਥੋਂ? ਸੌਣ ਦਾ ਨਾਟਕ ਕਰ ਰਿਹਾ ਹੈ। ਮਾਇਆ ਦੇ ਮੋਹ ਵਿੱਚ ਬੰਦਾ ਐਸਾ ਹੀ ਹੈ, ਉਹਨੂੰ ਜਿੰਨਾ ਜਗਾਓ ਉਹ ਨਹੀਂ ਜਾਗਦਾ, ਉਹ ਸੁੱਤਾ ਹੀ ਰਹਿੰਦਾ ਹੈ, ਉਹ ਸੁੱਤਾ ਹੀ ਰਹਿੰਦਾ ਹੈ। ਇਸ ਲਈ ਸਤਿਗੁਰੂ ਕਹਿੰਦੇ ਮਾਇਆ ਮੋਹ ਸੋਏ ਰਹੇ ਅਭਾਗੇ, ਗੁਰ ਪ੍ਰਸਾਦ ਕੋ ਵਿਰਲਾ ਜਾਗੇ। ਗੁਰੂ ਦੀ ਕਿਰਪਾ ਨਾਲ ਕੋਈ ਵਿਰਲਾ ਬੰਦਾ ਜਾਗਦਾ ਹੈ, ਸਭ ਨਹੀਂ, ਸਭ ਨਹੀਂ, ਕੋਈ ਕੋਈ ਜਾਗਦਾ ਹੈ। ਆਉਂਦੇ ਸਭ ਗੁਰੂ ਦੇ ਦਰ ਨੇ, ਪਰ ਜਾਗਰਣ ਕਿਸੇ ਕਿਸੇ ਨੂੰ ਹਾਸਲ ਹੁੰਦਾ ਹੈ, ਹੋਸ਼ ਕਿਸੇ ਕਿਸੇ ਨੂੰ। ਰੋਜ਼ ਸਾਰੇ ਉੱਠ ਜਾਂਦੇ ਨੇ ਨੀਂਦ ਵਿੱਚੋਂ, पर माया दे मोह दी नींद विचों कोई विरला उठदा है, काम क्रोध विचों कोई विरला उठदा है, मैं विचों कोई विरला उठदा है, मैं दे विच सब सुते रहिंदे ने। गुर प्रसाद को विरला जागे, गुरु दी कृपा नाल कोई विरला गुरमुख जाग पिया। कहो नानक गुण गाइया नीत। सतगुरु कहंदे हे भाई ਉਹਦੇ गुण नित गाउंदा रहो, नित, कदे विसरे ना। ख्याल रखना, जदों असीं जाग जांदे आ, असीं गुण गाउण वाले पासे फिर ही लगदे आ। सुत्ता होया बंदा की करेगा? कुछ भी तो नहीं। जिहड़ा सुत्ता ही है वो की करेगा? जो नींद विच कुछ कर भी लवेगा तां ओहदा कोई लाभ नहीं। जिवें कई बंदिआं नूं नींद विच चलण दी आदत हुंदी है, नींद विच बोलते भी ने, नींद विच बोलना भी उन्हां दा किसे काम नहीं। कई बारी कोई बंदा नींद विच तुरदा फिरदा है, वो अपने बैड तो उठदा है, किचन विच जांदा है, उत्थे कुछ खा पी के वो पूरे घर विच घुम के वो आके फिर पै जांदा है, उन्होंने पता ही नहीं। ऐसा मनोविग्यानकां ने कुछ लोगों के उपर उन्हां दा सर्वे कीता, उन्हां ते विचारिया कि करदे की ने रात नूं। अमेरिका दे विच ऐसा होया कि एक आदमी वो नींद विच अपने घर की छत तो दूसरिਆਂ ਦੇ घर की छत के उत्ते छाल मार दिंदा नींद विच। काफ़ी फर्क सी, 10-15 फुट का फासला होवेगा एक घर तो दूसरे घर दे विच, पर वो नींद विच ऐसा करदा रोज़। तो उन्होंने इस ते विचार की कि हुण उहनूं सवेरे पुछदे तां उहनूं कुछ याद ही नहीं। नींद विच चलण वाले आदमी नूं कुछ चेते नहीं रहिंदा, उहनूं कुछ नहीं याद रहिंदा कि उहदे नाल की वापरिया की नहीं वापरिया। जदों उहदी वीडियो बना के उसनूं दिखाया गया कि आ तूं इस तरह रोज़ करदा है, वो कहंदा जी ना मैं कर ही नहीं सकदा, मैं नहीं कर सकता, क्योंकि मेरे च इन्नी हिम्मत नहीं है कि मैं अपने घर तो दूसरे के घर च छाल मार देवां, मैं नहीं कीता कुछ भी। वो कहंदे नहीं तू करके दिखा, तू रात नूं कर सकदा है तो तू हुण क्यों नहीं कर सकदा? वो कहंदा जी नहीं मेरे तो नहीं, उहदे कोलों छाल ना मारी गई। जो करतब वो रात नूं कर सकदा सी नींद विच, वो जागदिआं होइआं नहीं कर सकिया। जदों असीं जागदे हुंदे आ उदों साडा मन किसी तरह का माया का करतब नहीं कर सकता।
ਜਦੋਂ ਅਸੀਂ ਸੁੱਤੇ ਹੁੰਦੇ ਹਾਂ, ਹੱਥ ਵਿੱਚ ਗੁਟਕਾ ਹੋਵੇ ਤੇ ਮਨ ਬੜੇ ਖਿਆਲਾਂ ਦੇ ਵਿੱਚ ਉਲਝ ਜਾਂਦਾ ਹੈ। ਜਦੋਂ ਅਸੀਂ ਸੁੱਤੇ ਹੁੰਦੇ ਹਾਂ ਤਾਂ ਅਸੀਂ ਗੁਰੂ ਦੇ ਕੋਲ ਬਹਿ ਕੇ ਵੀ ਗੁਰੂ ਦੇ ਕੋਲ ਨਹੀਂ ਹੁੰਦੇ, ਅਸੀਂ ਇੱਧਰ ਉੱਧਰ ਮਾਇਆ ਦੇ ਮਗਰ ਭੱਜੇ ਫਿਰਦੇ ਹੁੰਦੇ ਆ। ਜਦੋਂ ਅਸੀਂ ਜਾਗ ਜਾਂਦੇ ਹਾਂ ਫਿਰ ਨਹੀਂ ਮਨ ਦੌੜਦਾ, ਫਿਰ ਨਹੀਂ ਮਨ ਇੱਧਰ ਉੱਧਰ ਜਾਂਦਾ, ਫਿਰ ਮਨ ਟਿਕਦਾ, ਫਿਰ ਮਨ ਟਿਕਦਾ, ਕਿਉਂਕਿ ਹੁਣ ਜਾਗ ਪਿਆ। ਨੀਂਦ ਵਿੱਚ ਜੋ ਮਰਜ਼ੀ ਕਰੀ ਜਾਵੇ ਕੋਈ ਫਰਕ ਨਹੀਂ ਪੈਂਦਾ, ਪਰ ਜਾਗ ਕੇ ਜੋ ਕਰਦਾ ਹੈ ਫਰਕ ਉਸ ਨਾਲ ਪੈਂਦਾ ਹੈ। ਇਸ ਲਈ ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਜਦੋਂ ਬੰਦਾ ਜਾਗ ਪੈਂਦਾ ਤਾਂ ਉਹ ਸਹੀ ਅਰਥਾਂ ਵਿੱਚ ਉਹਦੇ ਗੁਣ ਗਾ ਪਾਉਂਦਾ ਹੈ। ਕਹੁ ਨਾਨਕ ਗੁਣ ਗਾਈਐ ਨੀਤ, ਮੁਖ ਉਜਲ ਹੋਏ ਨਿਰਮਲ ਚੀਤ। ਬੰਦੇ ਦਾ ਮੁਖ ਉਜਲਾ ਹੋ ਜਾਂਦਾ ਹੈ ਤੇ ਚਿੱਤ ਨਿਰਮਲ ਹੋ ਜਾਂਦਾ ਹੈ। ਤੁਸੀਂ ਜਾਗ ਕੇ ਹੋਸ਼ ਵਿੱਚ ਵਾਹਿਗੁਰੂ ਦਾ ਸਿਮਰਨ ਇੱਕ ਅੱਧੇ ਮਿੰਟ ਵਾਸਤੇ ਹੀ ਕਰੋ, ਉਹਦੇ ਨਾਲ ਵੀ ਤਰ ਜਾਓਗੇ। ਸੁੱਤਿਆਂ 2-2 ਘੰਟੇ ਵੀ ਬਹਿ ਕੇ ਕਰਦੇ ਰਹੋ ਤਾਂ ਕੋਈ ਲਾਭ ਨਹੀਂ ਹੈ। ਕਿ ਮਨ ਸੁੱਤਾ ਹੋਇਆ, ਮਨ ਮਾਇਆ ਦੀ ਨੀਂਦ ਵਿੱਚ ਸੁੱਤਾ, ਅੱਖਾਂ ਸੁੱਤੀਆਂ ਪਈਆਂ, ਅੱਖਾਂ ਖੁੱਲੀਆਂ ਨੇ ਪਰ ਅੱਖਾਂ ਸੁੱਤੀਆਂ ਨੇ। ਸਤਿਗੁਰੂ ਨੇ ਜ਼ਿਕਰ ਕੀਤਾ, ਸਤਿਗੁਰੂ ਕਹਿੰਦੇ ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ। ਬੰਦੇ ਦੀਆਂ ਅੱਖਾਂ ਖੁੱਲੀਆਂ ਨੇ, ਜਾਗ ਰਿਹਾ ਪਰ ਅੱਖਾਂ ਵਿੱਚ ਨੀਂਦ ਹੈ। ਕਿਹੜੀ ਨੀਂਦ? ਵਾਸਨਾ ਦੀ, ਪਰਾਇਆ ਰੂਪ ਤੱਕਣ ਦੀ। ਆਹ ਨੀਂਦ ਹੈ, ਇਸ ਨੀਂਦ ਵਿੱਚੋਂ ਜਾਗਣਾ ਹੈ। ਸ਼ਰਵਣ ਸੋਏ ਸੁਣ ਨਿੰਦ ਵਿਚਾਰ। ਕੰਨ ਸੁੱਤੇ ਪਏ ਨੇ ਬੰਦੇ ਦੇ, ਨਿੰਦਾ ਦੀਆਂ ਗੱਲਾਂ ਸੁਣ ਸੁਣ ਕੇ, ਆਪਣੀ ਉਸਤਤ ਸੁਣ ਸੁਣ ਕੇ। ਇਹਨੂੰ ਹੋਰ ਕੋਈ ਸੁਣਦਾ ਨਹੀਂ। ਤੁਸੀਂ ਕਿਸੇ ਬੰਦੇ ਦੀ ਉਸਤਤ ਕਰੋ ਕਿ ਭਾਈ ਤੂੰ ਬਹੁਤ ਵਧੀਆ, ਤੂੰ ਬਹੁਤ ਚੰਗਾ, ਉਹ ਬੰਦਾ ਤੁਹਾਡੇ ਨਾਲ ਲਗਾਅ ਬਣਾ ਲਏਗਾ ਆਪਣਾ, ਕਿਉਂਕਿ ਤੁਸੀਂ ਉਹਦੀ ਸਿਫਤ ਕੀਤੀ। ਤੁਸੀਂ ਜਰਾ ਜੀ ਉਹਦੀ ਸਿਫਤ ਕਰਨ ਦੀ ਬਜਾਏ ਉਸ ਦੀ ਨਿੰਦਾ ਕਰ ਦਿਓ, ਉਹਦੇ ਮੂੰਹ ਤੇ ਉਹਨੂੰ ਕੁਝ ਗਲਤ ਕਹਿ ਦਿਓ, ਉਹ ਤੁਹਾਡੇ ਨਾਲ ਵੈਰ ਪਾ ਲਏਗਾ। ਕੋਈ ਬਹੁਤੀ ਗੱਲ ਨਹੀਂ, ਜਰਾ ਜਿਹਾ ਤੁਸੀਂ ਕਿਹਾ ਕਿ ਇੱਥੇ ਭਾਈ ਤੂੰ ਕੰਮ ਗਲਤ ਕੀਤਾ, ਉਹ ਵੈਰ ਪਾ ਲੈਂਦਾ। ਸਤਿਗੁਰੂ ਕਹਿੰਦੇ ਬੰਦਾ ਇੱਥੇ ਉਲਝਿਆ ਹੋਇਆ ਨਿੰਦਾ ਵਿੱਚ, ਉਸਤਤ ਵਿੱਚ, ਉਹਦੇ ਕੰਨ ਹੋਰ ਕੁਝ ਨਹੀਂ ਸੁਣਦੇ ਨਿੰਦਾ ਚੁਗਲੀ ਤੋਂ ਬਿਨਾਂ, ਆਪਣੀ ਉਸਤਤ ਤੋਂ ਬਿਨਾਂ ਤੇ ਦੂਸਰੇ ਦੀ ਨਿੰਦਾ ਬਿਨਾਂ। ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮੀਠਾ ਸਾਧ। ਜ਼ੁਬਾਨ ਸੁੱਤੀ ਹੋਈ ਹੈ ਖਾਣ ਪੀਣ ਦੇ ਸਵਾਦਾਂ ਵਿੱਚ, ਜ਼ੁਬਾਨ ਸੁੱਤੀ ਹੋਈ ਹੈ ਇੱਧਰ ਉੱਧਰ ਦੀਆਂ ਗੱਲਾਂ ਦੇ ਚਸਕਿਆਂ ਵਿੱਚ। ਮਨ ਸੋਇਆ ਮਾਇਆ ਬਿਸਮਾਦ, ਮਨ ਮਾਇਆ ਦੇ ਵਿੱਚ ਸੁੱਤਾ ਪਿਆ। ਇਸ ਲਈ ਜਦੋਂ ਨੀਂਦ ਵਿੱਚ, ਮਾਇਆ ਦੀ ਨੀਂਦ ਵਿੱਚ ਅਸੀਂ ਕੁਝ ਵੀ ਕਰਦੇ ਹਾਂ, ਸੇਵਾ ਸਿਮਰਨ ਜਪ ਤਪ ਕੁਝ ਵੀ, ਤਾਂ ਉਹਦੇ ਕੋਈ ਮਾਇਨੇ ਨਹੀਂ ਹੁੰਦੇ। ਜਦੋਂ ਅਸੀਂ ਜਾਗ ਕੇ ਕਰਦੇ ਹਾਂ, ਹੋਸ਼ ਵਿੱਚ ਕਰਦੇ ਹਾਂ, ਮਨ ਇੱਧਰ ਉੱਧਰ ਨਹੀਂ ਭੱਜਦਾ, ਉਦੋਂ ਚਾਹੇ ਅਸੀਂ ਇੱਕ ਅੱਧਾ ਮਿੰਟ ਹੀ ਕੁਝ ਗੁਰੂ ਦਾ ਨਾਮ ਲਈਏ ਤਾਂ ਉਹਦੇ ਨਾਲ ਹੀ ਸਾਡਾ ਪਾਰ ਉਤਾਰਾ ਹੋ ਜਾਂਦਾ ਹੈ। ਸਤਿਗੁਰੂ ਕਹਿੰਦੇ ਉਹਦੇ ਨਾਲ ਮੁਖ ਉਜਲ ਹੋਏ ਨਿਰਮਲ ਚੀਤ। ਬੰਦੇ ਦਾ ਮੁਖ ਉਜਲ ਹੋ ਜਾਂਦਾ ਹੈ, ਚਿੱਤ ਨਿਰਮਲਾ ਹੋ ਜਾਂਦਾ ਹੈ। ਸਤਿਗੁਰੂ ਰਹਿਮਤ ਕਰੇ, ਇਹ ਰੱਬੀ ਰਹਿਮਤ ਸਤਿਗੁਰੂ ਬਖਸ਼ੇ ਕਿ ਸਾਨੂੰ ਮਾਇਆ ਦੀ ਨੀਂਦ ਵਿੱਚੋਂ ਹੋਸ਼ ਆ ਜਾਏ, ਮਾਇਆ ਦੀ ਨੀਂਦ ਵਿੱਚੋਂ ਅਸੀਂ ਜਾਗ ਪਈਏ, ਤਾਂ ਕਿ ਬਾਣੀ ਪੜ੍ਹਦਿਆਂ ਸਾਨੂੰ ਮਨ ਹੋਰ ਪਾਸੇ ਨਾ ਜਾਵੇ, ਮਾਇਆ ਦੇ ਵਿੱਚ ਨਾ ਉਲਝੀਏ। ਗੁਰੂ ਦੇ ਦਰ ਤੇ ਕਥਾ ਕੀਰਤਨ ਕਰਦਿਆਂ ਸੁਣਦਿਆਂ ਉਹਦੇ ਵਿੱਚ ਹੀ ਸਾਡਾ ਮਨ ਜੁੜੇ, ਨਾ ਕਿ ਇੱਧਰ ਉੱਧਰ। ਹੋਸ਼ ਵਿੱਚ ਆ ਜਾਈਏ, ਅਸੀਂ ਜਾਗਰਣ ਵਿੱਚ ਆ ਜਾਈਏ। ਐਸੀ ਗੁਰੂ ਕਿਰਪਾ ਕਰੇ। ਹੋਈਆਂ ਭੁੱਲਾਂ ਲਈ ਖਿਮਾ ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣਯੋਗ। ਭੁੱਲਾਂ ਨਾ ਚਿਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।